ਜਿੱਥੇ ਇੱਕ ਪਾਸੇ ਕੋਵਿਡ-19 ਦੇ ਹਾਲਾਤ ਦੇ ਵਿੱਚ ਲੋਕਾਂ ਦੇ ਰੋਜ਼ਗਾਰ ਛੁੱਟੇ ਨੇ, ਉੱਥੇ ਦੂਜੇ ਪਾਸੇ ਟੈਕਸ ਭਰਨ ਦੀ ਸਿਰਦਰਦੀ ਹਾਲੇ ਕਾਇਮ ਹੈ। ਹਾਲਾਂਕਿ ਸਰਕਾਰ ਵੱਲੋਂ ਟੈਕਸ ਭਰਨ ਦੀ ਮਿਆਦ ਵਧਾ ਦਿੱਤੀ ਗਈ ਹੈ, ਪਰ ਇਸ ਹਾਲਾਤ ਦੇ ਵਿੱਚ ਲੋਕ ਕਿਸ ਤਰ੍ਹਾਂ ਇਸ ਸਿਰਦਰਦੀ ਨੂੰ ਨਿਬੇੜਨਗੇ, ਇਸ ਸੰਬੰਧੀ ਚਾਰਟਰਡ ਅਕਾਊਂਟੈਂਟ ਇੰਦਰਜੀਤ ਸਿੰਘ ਗਰੇਵਾਲ ਨੇ ਸਾਡੀ ਸਹਿਯੋਗੀ ਜਸਲੀਨ ਕੌਰ ਨੂੰ ਜਾਣਕਾਰੀ ਦਿੱਤੀ ਹੈ। ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਅਸੀਂ ਦੇਖਿਆ ਕਿ ਹੁਣ ਕੋਵਿਡ-19 ਕ੍ਰਾਈਸਿਸ ਚੱਲ ਰਹੇ ਨੇ, ਕਈ ਲੋਕਾਂ ਨੂੰ ਦਿੱਕਤਾਂ ਆ ਰਹੀਆਂ ਨੇ ਟੈਕਸ ਫਾਈਲ ਕਰਨ ਦੇ ਵਿੱਚ। ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ, what do you think how this year's tax filing is different and ਟੈਕਸ ਫਾਈਲ ਕਰਨ ਵੇਲੇ ਲੋਕਾਂ ਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈਗੀ ਹੈ? ਜੀ, ਇਸ ਸਾਲ ਡਿਊ ਟੂ ਕੋਵਿਡ-19 ਰੀਜ਼ਨਸ ਗਵਰਨਮੈਂਟ ਨੇ ਜਿਹੜੀ ਪਹਿਲੀ ਸਹੂਲਤ ਦਿੱਤੀ ਉਹ ਇਹ ਕਿ ਐਕਸਟੈਂਡਡ ਡੇਟਸ ਦਿੱਤੀਆਂ ਨੇ। ਐਕਸਟੈਂਡਡ ਡੇਟਸ ਜਿਹੜੀਆਂ ਕਿ ਲੈਟਸ ਸਟਾਰਟ ਵਿਦ ਇੰਡੀਵਿਜੂਅਲ ਟੈਕਸ ਫਾਈਲਰਸ ਜਿਹੜੇ ਪਰਸਨਲ ਟੈਕਸਸ ਫਾਈਲ ਕਰ ਰਹੇ ਨੇ। ਯੂਜੂਅਲੀ ਉਹਨਾਂ ਦੀ 30th April ਡੈਡਲਾਈਨ ਹੁੰਦੀ ਹੈ ਫॉर ਪੇਮੈਂਟ ਆਫ ਟੈਕਸਸ ਐਂਡ ਫਾਈਲਿੰਗ ਐਜ਼ ਵੈਲ। ਇਸ ਸਾਲ ਉਹ ਫਾਈਲਿੰਗ ਆਫ ਟੈਕਸਸ ਜਿਹੜੀ ਹੈ ਉਹ June 1 ਡੈਡਲਾਈਨ ਬਣ ਗਈ ਹੈ ਤੇ ਪੇਮੈਂਟ ਆਫ ਟੈਕਸਸ ਦੀ September 1 ਜਿਹੜੀ ਕਿ CRA ਦੇ canada.ca ਵੈਬਸਾਈਟ ਤੇ ਡੇਟ ਹੈ September 1 ਪ੍ਰੋਵਾਈਡ ਕੀਤੀ ਗਈ ਹੈ। ਇਹਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀ ਇੱਕ ਹੋਰ ਸਹੂਲਤ ਐਡ ਕੀਤੀ ਗਈ ਹੈ, ਕਿਉਂਕਿ ਕਾਫੀ ਲੋਕਾਂ ਨੂੰ ਰਿਮੋਟਲੀ ਟੈਕਸਸ ਫਾਈਲ ਕਰਨੇ ਪੈ ਰਹੇ ਨੇ। ਉਹਦੀ ਵਜ੍ਹਾ ਨਾਲ ਉਹਨਾਂ ਨੇ ਜਿਹੜੀ ਡਿਜੀਟਲ ਸਿਗਨੇਚਰਸ ਫॉर ਆਥੋਰਾਈਜੇਸ਼ਨ, ਜਿਹੜਾ ਤੁਹਾਡਾ ਈ-ਫਾਈਲਰ ਹੈ ਉਹਨੂੰ ਹਰ ਇੱਕ ਸਾਲ ਤੁਸੀਂ ਆਥੋਰਾਈਜ਼ ਕਰਦੇ ਹੋ ਕਿ ਉਹ ਤੁਹਾਡੇ ਬਿਹਾਫ ਤੇ ਟੈਕਸਸ ਫਾਈਲ ਕਰ ਸਕੇ। ਉਹ ਯੂਜੂਅਲੀ ਪੇਪਰ ਤੇ ਸਾਈਨ ਕਰਕੇ ਤੇ ਫੇਰ ਹੁੰਦਾ ਸੀਗਾ, ਪਰ ਇਸ ਸਾਲ ਉਹ ਡਿਜੀਟਲੀ ਜੇ ਸਾਈਨ ਕਰਕੇ ਕੋਈ ਥਰੂ ਈਮੇਲ ਭੇਜ ਦਿੰਦਾ ਹੈ ਤੇ ਉਸ ਦੇ ਲਈ ਵੀ ਆਪਾਂ ਇੱਥੋਂ 'ਚ ਟੈਕਸ ਫਾਈਲ ਕਰ ਸਕਦੇ ਹਾਂ। ਜੀ, ਕੁਝ ਲੋਕੀ ਆਪਣੇ ਟੈਕਸਸ ਆਪਣੇ ਆਪ ਫਾਈਲ ਕਰਦੇ ਨੇ, ਕਿਹੜੀਆਂ ਗੱਲਾਂ ਦਾ ਉਹਨਾਂ ਨੂੰ ਧਿਆਨ ਰੱਖਣ ਦੀ ਲੋੜ ਹੈਗੀ ਹੈ? ਸੋ ਕੋਈ ਵੀ ਆਪਣਾ ਟੈਕਸ ਖੁਦ ਫਾਈਲ ਕਰ ਸਕਦਾ ਹੈ। ਉਹਦੇ ਲਈ ਉਹਨਾਂ ਨੂੰ ਦੋ ਜ਼ਰੀਏ ਨੇ, ਇੱਕ ਤਾਂ ਨੈਟ ਫਾਈਲ ਜਾਂ ਈ ਫਾਈਲ ਕਰਨਾ ਯੂਜ਼ਿੰਗ ਅ ਸੌਫਟਵੇਅਰ ਜਿਹੜੇ ਕਿ ਕਾਫੀ ਅਵੇਲੇਬਲ ਹੁੰਦੇ ਨੇ। ਫॉर दैट मैटर ਯੂ ਫਾਈਲ ਕਰਕੇ ਇੱਕ ਕਾਫੀ ਪੋਪੂਲਰ ਸੁਣਨ 'ਚ ਵੀ ਆਉਂਦਾ ਹੈ, ਪਰ ਕੁਛ ਲੋਕੀ ਚੂਜ਼ ਕਰਦੇ ਨੇ ਪੇਪਰ ਰਿਟਰਨ ਟੈਕਸ ਫਾਈਲ ਕਰਨਾ ਤੇ ਉਹ ਆਪਣੇ ਪੈਕੇਜਸ ਜਿਹੜੇ ਨੇ ਯੂਜੂਅਲੀ ਕੈਨੇਡਾ ਪੋਸਟ ਤੋਂ ਪਿਕ ਕਰਕੇ ਤੇ ਉਹ ਪੇਪਰ ਰਿਟਰਨ ਫਾਈਲ ਪੂਰੀ ਪ੍ਰਿਪੇਅਰ ਕਰਕੇ ਤੇ ਉਹਨੂੰ ਮੇਲ ਕਰਦੇ ਸੀਗੇ। ਇਸ ਸਾਲ CRA ਦੀ ਵੈਬਸਾਈਟ ਤੇ ਉਹਨਾਂ ਨੇ ਇੱਕ ਡਿਸਕਲੇਮਰ ਇਹ ਪਾਇਆ ਹੋਇਆ ਹੈ ਕਿ ਕਿਉਂਕਿ ਪੇਪਰ ਫਾਈਲ ਨੂੰ ਪ੍ਰੋਸੈਸ ਕਰਨ ਲਈ ਕਾਫੀ ਜ਼ਿਆਦਾ ਟਾਈਮ ਲੱਗਦਾ ਹੈ ਯੂਜੂਅਲੀ, ਵੈਸੇ ਵੀ ਕਿਉਂਕਿ ਜਿਹੜਾ ਈ-ਫਾਈਲ ਤੋਂ ਉਹ ਇਸ ਸਾਲ ਹੋਰ ਵੀ ਜ਼ਿਆਦਾ ਡਿਲੇਡ ਪ੍ਰੋਸੈਸ ਚੱਲ ਰਿਹਾ ਹੈ। ਸੋ ਰეკਮੈਂਡ ਕਰ ਰਹੇ ਨੇ ਜੇ ਪੋਸੀਬਲ ਹੈਗਾ ਤੇ ਉਹ ਆਪਣਾ ਟੈਕਸ ਈ-ਫਾਈਲ ਕਰਨ। ਇੱਥੇ ਤੱਕ ਕਿ ਉਹਨਾਂ ਨੇ ਇਹ ਵੀ ਉੱਥੇ ਮੈਂਸ਼ਨ ਕੀਤਾ ਹੈ ਕਿ ਕੋਈ ਜੇ 15 ਮਾਰਚ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਵੀ ਜੇ ਕਿਸੇ ਨੇ ਪੇਪਰ ਫਾਈਲ ਸਬਮਿਟ ਕੀਤੀ ਹੈ ਤੇ ਦੇ ਕੈਨ ਗੋ ਹੈਡ ਐਂਡ ਫਿਰ ਦੁਬਾਰਾ ਈ-ਫਾਈਲ ਵੀ ਕਰ ਸਕਦੇ ਨੇ। ਇਹਦੇ ਨਾਲ ਜਿਹੜੇ ਬੈਨੀਫਿਟ ਕੈਲਕੂਲੇਸ਼ਨਸ ਵਗੈਰਾ ਉਹ ਟਾਈਮਲੀ ਮੈਨਰ 'ਚ ਉਹਨਾਂ ਦੇ ਹੋ ਸਕਣਗੇ। ਸੋ ਜੇ ਕਿਸੇ ਨੇ ਪੇਪਰ ਫਾਈਲ ਸਬਮਿਟ ਕਰ ਦਿੱਤੀ ਹੈ ਆਲਰੇਡੀ, ਦੇ ਕੈਨ ਸਟਿਲ ਗੋ ਹੈਡ ਐਂਡ ਈ-ਫਾਈਲ ਅਗੇਨ। ਹਾਂਜੀ ਜੀ, ਹਰ ਸਾਲ ਅਸੀਂ ਦੇਖਿਆ ਕਿ ਜਦੋਂ ਵੀ ਟੈਕਸ ਫਾਈਲ ਕਰਨ ਤੋਂ ਬਾਅਦ ਜਿਹੜੇ ਲੋਕੀ ਜਿਹੜਾ ਟੈਕਸ ਡੈਟ ਹੈਗਾ ਉਹ ਕਰਦੇ ਨੇ, ਜੇਕਰ ਉਹ ਲੇਟ ਹੋ ਜਾਂਦੇ ਨੇ ਆਪਣਾ ਜਿਹੜਾ ਟੈਕਸ ਡੈਟ ਹੈਗਾ ਗਵਰਨਮੈਂਟ ਨੂੰ ਵਾਪਸ ਦੇਣ ਦੇ ਵਿੱਚ, ਤੇ ਸਰਕਾਰ ਵੱਲੋਂ ਪੈਨਲਟੀਜ਼ ਔਰ ਇੰਟਰਸਟ ਲਗਾਏ ਜਾਂਦੇ ਨੇ। ਕੀ ਇਸ ਸਾਲ ਵੀ ਉਹ ਇੰਟਰਸਟ ਪੈਨਲਟੀਜ਼ ਹੈਗੀਆਂ ਨੇ? ਜੀ, ਇਹ ਵੈਰੀ ਇੰਟਰਸਟਿੰਗ ਪੁਆਇੰਟ ਇਹਦੇ 'ਚ ਇਹ ਹੈ ਵੀ ਜਿਹੜਾ ਮੈਂ ਪਹਿਲਾਂ ਮੈਂਸ਼ਨ ਕੀਤਾ ਪਰਸਨਲ ਟੈਕਸਸ ਲਈ ਡੈਡਲਾਈਨ 30th April ਹੈ, ਪੇਮੈਂਟ ਦੀ ਵੀ 30th April ਹੈ। ਸੋ ਦੋ ਚੀਜ਼ਾਂ ਹੁੰਦੀਆਂ ਸੀ, ਜੇ ਕੋਈ 30th April ਦੀ ਡੈਡਲਾਈਨ ਨੂੰ ਨਹੀਂ ਫਾਈਲ ਕਰ ਸਕਦਾ ਸੀ, ਇੱਕ ਤਾਂ ਉਹਨਾਂ ਨੂੰ ਇੰਟਰਸਟ ਪੈਣਾ ਸ਼ੁਰੂ ਹੋ ਜਾਂਦਾ ਸੀ ਬੈਲੈਂਸ ਹੋਇੰਗ ਤੇ, ਦੂਜਾ ਉਹਨਾਂ ਨੂੰ ਪੈਨਲਟੀਜ਼ ਵੀ ਪੇ ਕਰਨੀਆਂ ਪੈਂਦੀਆਂ ਸੀ। ਹੁਣ ਟੈਕਸ ਫਾਈਲਿੰਗ ਦੀ ਜਿਹੜੀ ਡੈਡਲਾਈਨ ਹੈ ਉਹ June 1 ਹੈ, ਲੇਕਿਨ ਜੋ ਪੈਨਲਟੀਜ਼ ਤੇ ਇੰਟਰਸਟ ਵੇਵਰ ਹੈ ਉਹ September 1 ਤਾਈਂ ਦਿੱਤਾ ਗਿਆ ਹੈ। ਸੋ ਜੇ ਕੋਈ ਆਪਣੀ ਜਿਹੜੀ ਬੈਲੈਂਸ ਹੋਇੰਗ ਨੇ ਜੇ ਉਹ September 1 ਤੋਂ ਪਹਿਲੋਂ ਪੇ ਕਰ ਦਿੰਦੇ ਨੇ ਤੇ ਉਹਨਾਂ ਨੂੰ ਕੋਈ ਇੰਟਰਸਟ ਉਸ ਤੇ ਨਹੀਂ ਲੱਗੇਗਾ। ਇਹ ਹਾਂਜੀ ਜੀ, ਤੇ ਸੀਨੀਅਰਸ ਲਈ ਵੀ ਕੋਈ ਅਲੱਗ ਡੈਡਲਾਈਨ ਰੱਖੀ ਗਈ ਹੈ ਜਾਂ ਫਿਰ ਸੇਮ ਡੈਡਲਾਈਨ ਹੈਗੀ ਹੈ? ਇੰਡੀਵਿਜੂਅਲ ਦੀ ਕੈਟੇਗਰੀ 'ਚ ਸੀਨੀਅਰਸ ਜਾਂ ਕੋਈ ਐਨੀ ਟੈਕਸ ਪੇਅਰ ਉਹ ਇੱਕੋ ਹੀ ਡੈਡਲਾਈਨ ਹੈ June 1। ਇਸ ਤੋਂ ਇਲਾਵਾ ਜੇ ਮੈਂ ਮੈਂਸ਼ਨ ਕਰਾਂ ਜਿਹੜੇ ਸੈਲਫ ਇੰਪਲੋਇਡ ਨੇ ਉਹਨਾਂ ਲਈ ਯੂਜੂਅਲੀ ਜਿਹੜੀ ਡੈਡਲਾਈਨ ਹੁੰਦੀ ਹੈ ਉਹ 15th of June ਹੁੰਦੀ ਹੈ ਈਚ ਈਅਰ। ਦੇਰ ਇਜ਼ ਨੋ ਚੇਂਜ ਇਨ ਦੈਟ ਦਿਸ ਈਅਰ, ਇਟ ਇਜ਼ ਅਗੇਨ 15th of June। ਉਹਨਾਂ ਲਈ ਇੱਕ ਚੇਂਜ ਜ਼ਰੂਰ ਹੈ ਕਿ ਉਹਨਾਂ ਦਾ ਵੀ ਜਿਹੜਾ ਟੈਕਸ ਡਿਊ ਸੀ
ਉਹ 30th ਅਪ੍ਰੈਲ ਤੋਂ ਇੰਟਰਸਟ ਉਹਦੇ ਤੇ ਪੈਣਾ ਸ਼ੁਰੂ ਹੋ ਜਾਂਦਾ ਸੀ। ਲੇਕਿਨ ਇਸ ਸਾਲ ਉਹਨਾਂ ਲਈ ਵੀ ਉਹ ਸੈਪਟੈਂਬਰ 1 ਦੀ ਪੇਮੈਂਟ ਡੇਟ ਹੈ ਜਿਹੜੀ ਐਕਸਟੈਂਡਡ ਪੇਮੈਂਟ ਡੇਟ ਉਹ ਲਾਗੂ ਹੁੰਦੀ ਹੈ ਜੀ। ਜੀ, ਜੇ ਅਸੀਂ ਸਮਾਲ ਬਿਜ਼ਨੈਸਸ ਦੀ ਗੱਲ ਕਰੀਏ ਤੇ ਸਮਾਲ ਬਿਜ਼ਨੈਸਸ ਨੂੰ ਕਿਸ ਤਰ੍ਹਾਂ ਦੇ ਚੈਲੰਜਸ ਆ ਰਹੇ ਨੇ ਟੈਕਸ ਫਾਈਲ ਕਰਨ ਵੇਲੇ ਐਂਡ ਕਿਹੜੀ-ਕਿਹੜੀ ਗੱਲਾਂ ਦਾ ਉਹਨਾਂ ਨੂੰ ਧਿਆਨ ਰੱਖਣ ਦੀ ਲੋੜ ਹੈਗੀ ਹੈ? ਇਸ ਸਮਾਲ ਬਿਜ਼ਨੈਸਸ ਨੂੰ ਵੀ ਐਕਸਟੈਂਸ਼ਨ ਮਿਲੀਆਂ ਨੇ ਫॉर ਫਾਈਲਿੰਗ। ਯੂਜੂਅਲੀ ਜਿਹੜੀ ਫਾਈਲਿੰਗ 15 ਮਾਰਚ ਤੇ ਬਿਜ਼ਨਸ ਕਾਰਪੋਰੇਸ਼ਨਸ ਲਈ ਜਿਹੜੀ ਫਾਈਲਿੰਗ ਡੈਡਲਾਈਨਸ ਹੁੰਦੀਆਂ ਨੇ ਉਹ 6 ਮੰਥਸ ਆਫਟਰ ਉਹਨਾਂ ਦਾ ਫਾਈਨੈਂਸ਼ੀਅਲ ਈਅਰ ਐਂਡਿੰਗ ਉਹ 6 ਮਹੀਨੇ ਉਹਨਾਂ ਨੂੰ ਮਿਲਦੇ ਨੇ। ਸੋ ਜੇ ਕਿਸੇ ਵੀ ਬਿਜ਼ਨਸ ਦੀ ਫਾਈਨੈਂਸ਼ੀਅਲ ਈਅਰ ਐਂਡਿੰਗ ਫਾਲਸ ਬਿਟਵੀਨ ਮਾਰਚ 15 ਐਂਡ ਜੂਨ 1 ਉਹਨਾਂ ਲਈ ਵੀ ਉਹ ਡੈਡਲਾਈਨ ਜਿਹੜੀ ਹੈ ਐਕਸਟੈਂਡ ਹੋ ਕੇ ਜੂਨ 1 ਕਰ ਦਿੱਤੀ ਗਈ ਹੈ। ਸੋ ਲੈਟਸ ਸੇ ਕਿਸੇ ਨੇ 31 ਆਫ ਮਈ ਨੂੰ ਟੈਕਸਸ ਫਾਈਲ ਕਰਨੇ ਸੀ ਫॉर देयर ਕਾਰਪੋਰੇਸ਼ਨ ਕਿਉਂਕਿ ਉਹਨਾਂ ਦਾ ਈਅਰ ਐਂਡ ਨਵੰਬਰ 30th ਸੀਗਾ, ਉਹਨਾਂ ਨੂੰ ਡੈਡਲਾਈਨ ਹੁਣ ਐਕਸਟੈਂਸ਼ਨ ਜਿਹੜੀ ਹੈ ਉਹ ਜੂਨ 1 ਹੈਗੀ ਹੈ ਫॉर ਫਾਈਲਿੰਗ ਪਰਪਸਿਸ। ਲੇਕਿਨ ਜਿਹੜਾ ਟੈਕਸ ਪੇਮੈਂਟ ਹੈ ਉਹ ਯੂਜੂਅਲੀ 3 ਮੰਥਸ ਆਫਟਰ ਈਅਰ ਐਂਡਿੰਗ ਹੁੰਦਾ ਸੀ, ਉਹ ਵੀ ਹੁਣ ਉਹਨਾਂ ਦਾ ਜਿਹੜਾ ਡਿਊ ਹੋਏਗਾ ਉਹ ਸੈਪਟੈਂਬਰ 1 ਨੂੰ ਹੀ ਹੋਏਗਾ। ਇਸ ਤੋਂ ਇਲਾਵਾ ਇੱਕ ਮੇਜਰ ਚੀਜ਼ ਜਿਹੜੀ ਸਾਹਮਣੇ ਮੈਂ ਲੈ ਕੇ ਆਉਣੀ ਚਾਹੁੰਦਾ ਉਹ ਪੇਰੋਲ ਦੀਆਂ ਜਿਹੜੀਆਂ ਰੈਮਿਟੈਂਸਿਸ ਜਿਹੜੀ ਕਿ ਅਸੀਂ ਵਿਦਹੋਲਡ ਕਰਦੇ ਹਾਂ ਫॉर ਆਰ EMPLOYEES ਔਰ ਫॉर ਵਨ ਓਨ ਸੈਲਫ, ਉਹਦੇ 'ਚ ਕੋਈ ਉਹਦੀ ਜਿਹੜੀ ਪੇਮੈਂਟ ਹੈ ਉਹ 15th ਆਫ ਫੋਲੋਇੰਗ ਮੰਥ ਹੁੰਦੀ ਹੈ, ਉਹਦੇ 'ਚ ਕੋਈ ਚੇਂਜ ਨਹੀਂ ਹੈ। ਸੋ ਇਹ ਚੀਜ਼ ਦਾ ਧਿਆਨ ਰੱਖਣਾ ਕਾਫੀ ਜ਼ਰੂਰੀ ਹੈ ਜਿਹੜੇ ਕਾਰਪੋਰੇਸ਼ਨ ਫਾਈਲ ਕਰ ਰਹੇ ਨੇ। ਹਾਂਜੀ ਜੀ ਜੀ, ਔਰ ਆਡਿਟ ਰਿਵਿਊ ਵੀ ਹੁੰਦਾ ਬਿਜ਼ਨੈਸਸ ਦਾ ਤੇ ਉਸ ਵੇਲੇ ਉਹਨਾਂ ਨੂੰ ਕਿਹੜੀ-ਕਿਹੜੀ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈਗੀ ਹੈ? ਇਸ 'ਚ ਮੈਂ ਜਿਹੜੀ ਚੀਜ਼ ਸਾਹਮਣੇ ਲੈ ਕੇ ਆਉਣੀ ਚਾਹ ਰਿਹਾ ਜੀ ਉਹ ਹੈਗੀ ਹੈ ਜਿਹੜੇ ਕਾਫੀ ਫਾਈਨੈਂਸ਼ੀਅਲ ਜਿਹੜੇ ਮੈਜਰਸ ਜਿਹੜੇ ਸਪੋਰਟ ਲਈ ਕਾਰਪੋਰੇਸ਼ਨਸ ਲਈ ਹੋਏ ਨੇ, ਜਿਹਦੇ 'ਚ ਕਾਫੀ ਪੋਪੂਲਰ ਹੈਗਾ ਹੈ ਜਿਹੜਾ $40,000 ਦਾ ਲੋਨ ਜਿਹੜਾ ਫਾਰਵਰਡ ਕਰ ਰਹੀ ਹੈ ਗਵਰਨਮੈਂਟ ਥਰੂ ਦ ਬੈਂਕਸ ਥਰੂ ਫਾਈਨੈਂਸ਼ੀਅਲ ਇੰਸਟੀਟਿਊਟਸ। ਉਹਦੇ 'ਚ ਉਹਦੀਆਂ ਲਿਮਿਟੇਸ਼ਨਸ ਨੇ, ਕਾਫੀ ਲੋਕਾਂ ਨੇ ਉਸ ਲੋਨ ਨੂੰ ਅਵੇਲ ਕਰ ਲਿਆ ਹੈਗਾ। ਉਸ ਦੇ ਵਿੱਚ ਈਵਨ ਫॉर दैट ਮੈਟਰ ਜੇ ਕੋਈ ਡਰਾਈਵਰ ਕਾਰਪੋਰੇਸ਼ਨ ਹੈਗੀ ਹੈ ਉਹਨਾਂ ਨੇ ਵੀ ਉਹ ਲੋਨ ਅਪਲਾਈ ਕਰਕੇ ਤੇ ਉਹ ਰਿਸੀਵ ਕਰ ਲਿਆ ਹੈ, ਜਦੋਂ ਕਿ ਉਹਦੀ ਲਿਮਿਟੇਸ਼ਨਸ ਇਹ ਨੇ ਕਿ ਉਹ ਸਿਰਫ ਤੇ ਸਿਰਫ ਜਿਹੜੇ ਆਪਰੇਟਿੰਗ ਐਕਸਪੈਂਸਿਸ ਨੇ ਜਿਹੜੇ ਕਿ ਅੱਗੇ ਪੋਸਟਪੋਨ ਜਾਂ ਡੈਫਰ ਨਹੀਂ ਕੀਤੇ ਜਾ ਸਕਦੇ, ਸਿਰਫ ਉਹਨਾਂ ਦੇ ਲਈ ਹੀ ਉਹ ਯੂਟਿਲਾਈਜ਼ ਹੋ ਸਕਦਾ ਹੈ। ਇਹਦੇ ਲਈ ਗਵਰਨਮੈਂਟ ਨੇ ਆਪਣੀ ਵੈਬਸਾਈਟ ਦੇ ਉੱਤੇ ਲਿਖ ਕੇ ਲਾਇਆ ਹੈ there will be audits, there will be verification reviews for this। ਸੋ ਇਸ ਚੀਜ਼ ਨੂੰ ਉਹ ਲੋਨ ਨੂੰ ਉੱਥੇ ਹੀ ਇਸਤੇਮਾਲ ਕੀਤਾ ਜਾਵੇ ਜਿੱਥੇ ਕਿ ਉਹ ਲਿਮਿਟੇਸ਼ਨਸ ਉਹਨੂੰ ਅਲਾਉ ਕਰਦੀਆਂ ਨੇ। ਇਹਦੇ ਬਾਰੇ ਖਾਸ ਧਿਆਨ ਰੱਖਣਾ ਚਾਹੀਦਾ ਹੈ ਜੀ। ਇਸ ਤੋਂ ਇਲਾਵਾ canada.ca ਦੇ ਉੱਤੇ ਜਾ ਕੇ ਆਪਣੇ ਜਿਹੜੇ ਐਲੀਜੀਬਿਲਿਟੀ ਰਿਕੁਆਇਰਮੈਂਟਸ ਨੇ ਉਹਨੂੰ ਚੰਗੀ ਤਰ੍ਹਾਂ ਸਮਝਿਆ ਜਾਵੇ, ਆਪਣੇ ਅਕਾਊਂਟੈਂਟ ਨਾਲ ਗੱਲ ਕੀਤੀ ਜਾਵੇ ਤੇ ਉਸ ਤੋਂ ਬਾਅਦ ਹੀ ਉਹਨਾਂ ਨੂੰ ਅਵੇਲ ਕੀਤਾ ਜਾਵੇ ਜੀ। ਜੀ ਜੀ, ਇੰਦਰਜੀਤ ਜੀ, ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਇਸ ਵੇਲੇ ਕਈ ਲੋਕੀ ਕੈਨੇਡਾ ਤੋਂ ਬਾਹਰ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਵੀ ਫਸੇ ਹੋਏ ਹਨ, ਕੁਝ ਤੇ ਗਵਰਨਮੈਂਟ ਫਲਾਈਟਸ ਰਾਹੀਂ ਵਾਪਸ ਆ ਗਏ ਨੇ, ਪਰ ਹਲੇ ਵੀ ਕਈ ਲੋਕੀ ਹੈਗੇ ਨੇ, ਖਾਸ ਕਰਕੇ ਜੇ ਅਸੀਂ ਇੰਡੀਆ ਦੀ ਗੱਲ ਕਰੀਏ ਤੇ ਇੰਡੀਆ ਦੇ ਵਿੱਚ ਵੀ ਕਈ ਕੈਨੇਡੀਅਨਸ ਹੈਗੇ ਨੇ। ਸੋ ਕਿਸ ਤਰ੍ਹਾਂ ਉਹ ਲੋਕੀ ਆਪਣਾ ਟੈਕਸ ਜਿਹੜਾ ਹੈਗਾ ਫਾਈਲ ਕਰ ਸਕਦੇ ਨੇ? ਹਾਂਜੀ, ਇਸ 'ਚ ਜਿਹੜਾ ਰਿਮੋਟਲੀ ਫਾਈਲ ਕਰਨ ਦਾ ਅਵੇਲੇਬਲ ਹੈਗਾ ਮੈਜਰ, ਉਹ ਸਿੰਸ ਗਵਰਨਮੈਂਟ ਨੇ ਉਹਨੂੰ ਰਿਅਲਾਈਜ਼ ਕੀਤਾ ਤੇ ਉਹਨਾਂ ਨੇ ਇਸ ਸਾਲ ਡਿਜੀਟਲ ਸਿਗਨੇਚਰਸ ਜਿਹੜੇ ਨੇ ਥਰੂ ਈਮੇਲ ਉਹਨਾਂ ਨੂੰ ਐਕਸੈਪਟੇਬਲ ਕਰਾਰ ਦਿੱਤਾ। ਸੋ ਜੇ ਕੋਈ ਆਪਣੇ ਅਕਾਊਂਟੈਂਟ ਦੇ ਥਰੂ ਇੰਡੀਆ ਤੋਂ ਟੈਕਸ ਫਾਈਲ ਕਰਾਉਣਾ ਚਾਹੁੰਦੇ ਨੇ ਤੇ ਉਹਨਾਂ ਕੋਲੇ ਸਾਰੇ ਡਾਕੂਮੈਂਟਸ ਡਿਜੀਟਲੀ ਅਵੇਲੇਬਲ ਨੇ, ਉਹਨਾਂ ਨੂੰ ਫਾਰਵਰਡ ਕਰਕੇ ਆਪਣੀ ਟੈਕਸ ਰਿਟਰਨ ਪ੍ਰਿਪੇਅਰ ਕਰਕੇ ਤੇ ਜਿਹੜਾ ਆਥੋਰਾਈਜੇਸ਼ਨ ਫਾਰਮ ਹੈ ਉਹ ਡਿਜੀਟਲੀ ਸਾਈਨ ਕਰਕੇ ਜੇ ਪ੍ਰੋਵਾਈਡ ਕਰ ਦਿੰਦੇ ਨੇ ਤੇ ਉਹਨਾਂ ਦਾ ਟਾਈਮਲੀ ਮੈਨਰ ਵਿੱਚ ਜਿਹੜਾ ਟੈਕਸ ਹੈ ਉਹ ਗਵਰਨਮੈਂਟ ਨੂੰ ਸਬਮਿਟ ਹੋ ਸਕਦਾ ਹੈ। ਸੋ ਈਵਨ ਦੋ ਦੇ ਆਰ ਇਨ ਇੰਡੀਆ, ਉਹ ਸਟਿਲ ਇੰਡੀਵਿਜੂਅਲ ਡੈਡਲਾਈਨ ਉਹਨਾਂ ਦੀ ਉਹੀ ਜੂਨ 1 ਹੈ ਤੇ ਉਹਨਾਂ ਕੋਲੇ ਡਿਜੀਟਲ ਸਿਗਨੇਚਰਸ ਦੀ ਜਿਹੜੀ ਅਵੇਲੇਬਿਲਿਟੀ ਹੈਗੀ ਹੈ ਉਹ ਉਹਨੂੰ ਯੂਟਿਲਾਈਜ਼ ਕਰ ਸਕਦੇ ਨੇ ਜੀ। ਜੀ, ਅਸੀਂ ਵੇਖਿਆ ਕਿ ਗਵਰਨਮੈਂਟ ਨੇ ਟੈਕਸ ਡੈਡਲਾਈਨਸ ਐਕਸਟੈਂਡ ਕੀਤੀਆਂ ਹੈਗੀਆਂ ਨੇ, ਇਸੇ ਤਰ੍ਹਾਂ ਬੈਨੀਫਿਟਸ ਵੀ ਐਨਹਾਂਸ ਕੀਤੇ ਨੇ। ਹੋਰ ਕੀ ਕੁਝ ਨਵਾਂ ਸਰਕਾਰ ਵੱਲੋਂ ਐਲਾਨਿਆ ਗਿਆ ਹੈ? ਇਹ ਬੜਾ ਰੈਪਿਡਲੀ ਚੇਂਜਿੰਗ ਮੈਟਰ ਹੈ ਜੀ, ਇਹ ਕਾਫੀ ਚੈਲੰਜਿੰਗ ਹੈ, ਇਹਦੇ ਬਾਰੇ ਕਾਫੀ ਕਾਲਸ ਵੀ ਸਾਨੂੰ ਆਉਂਦੀਆਂ ਨੇ। ਇਹਦੇ 'ਚ ਮੈਜਰਸ CERB ਤੋਂ ਲੈ ਕੇ ਸਟੂਡੈਂਟਸ ਲਈ, ਇਹਦੇ 'ਚ ਫਾਈਨੈਂਸ਼ੀਅਲ ਏਡ, ਇਹਦੇ 'ਚ ਜਿਵੇਂ ਚਾਈਲਡ ਟੈਕਸ ਬੈਨੀਫਿਟਸ ਦੇ ਅੰਦਰ ਇਨਕਰੀਜ਼ ਆ ਮਈ ਦੀ 20th ਨੂੰ ਜਿਹੜਾ ਰਿਸੀਵ ਕੀਤਾ ਹੈ 300 ਪਰ ਚਾਈਲਡ। ਇਹਦੇ 'ਚ GST HST ਕ੍ਰੈਡਿਟਸ ਜਿਹੜੇ ਕਿ ਡਬਲ ਕੀਤੇ 2018 ਦੇ ਬੇਸ ਈਅਰ ਤੇ।
ਫਿਰ ਫਾਈਲਿੰਗ ਜਦੋਂ ਅਸੀਂ ਕਰਦੇ ਹਾਂ ਤੇ ਜੁਲਾਈ ਦੇ ਜਿਹੜੇ ਕ੍ਰੈਡਿਟਸ ਨੇ ਉਹ ਪਿਛਲੇ ਸਾਲ ਦੀ ਫਾਈਲਿੰਗ ਦੇ ਬੇਸ ਤੇ ਕੈਲਕੂਲੇਟ ਹੁੰਦੇ ਨੇ। ਸਿੰਸ ਦੇ ਆਰ ਐਕਸਪੈਕਟਿੰਗ ਡਿਲੇਜ਼, ਜਿਹੜਾ ਜੁਲਾਈ ਟੂ ਸੈਪਟੈਂਬਰ ਦਾ ਜਿਹੜਾ ਬੈਨੀਫਿਟਸ ਨੇ ਫॉर ਚਾਈਲਡ ਬੈਨੀਫਿਟਸ ਔਰ ਫॉर HST GST ਬੈਨੀਫਿਟਸ ਜਾਂ ਓਨਟਾਰੀਓ ਟ੍ਰਿਲੀਅਮ ਬੈਨੀਫਿਟਸ ਆਪਾਂ ਉਹ ਜਿਹੜੇ ਮੰਥਲੀ ਰਿਸੀਵ ਜਾਂ ਕੁਆਟਰਲੀ ਰਿਸੀਵ ਕਰਦੇ ਹਾਂ, ਉਹਨਾਂ ਲਈ ਹਾਲੇ ਜਿਹੜੀ ਕੈਲਕੂਲੇਸ਼ਨ ਹੈ, ਜੇ ਟੈਕਸ ਕਿਸੇ ਦਾ ਨਹੀਂ ਵੀ ਪ੍ਰੋਸੈਸ ਹੋਇਆ, ਉਹ 2018 ਦੇ ਬੇਸ ਤੇ ਉਹਨੂੰ ਕੈਲਕੂਲੇਟ ਕਰਕੇ ਤੇ ਪ੍ਰੋਵਾਈਡ ਕਰਨਗੇ। ਗਵਰਨਮੈਂਟ ਤੁਹਾਨੂੰ ਐਨਕਰੇਜ ਕਰ ਰਹੀ ਹੈ ਵੀ ਤੁਸੀਂ ਆਪਣਾ ਟੈਕਸ ਟਾਈਮ ਤੇ ਫਾਈਲ ਕਰੋ ਸੋ ਦੈਟ ਉਹ ਬੈਨੀਫਿਟ ਕੈਲਕੂਲੇਸ਼ਨ ਐਕਿਊਰੇਟ ਹੋ ਸਕੇ। ਜੇ ਕਿਸੇ ਦੀ ਇਨਕਮ ਚੇਂਜ ਹੋ ਜਾਂਦੀ ਹੈ, ਲੈਟਸ ਸੇ ਕਿਸੇ ਦੀ 2018 ਤੋਂ ਇਨਕਮ ਇਨਕਰੀਜ਼ ਹੋ ਗਈ ਹੈ, ਹੁਣ ਉਹਨਾਂ ਦੇ ਬੈਨੀਫਿਟਸ ਰਿਡਿਊਸ ਹੋਣ ਦੇ ਚਾਂਸਸ ਨੇ। ਸੋ ਜੇ ਉਹਨਾਂ ਨੇ ਟੈਕਸ ਨਹੀਂ ਫਾਈਲ ਕੀਤਾ, ਜੁਲਾਈ 'ਚ ਉਹਨਾਂ ਨੂੰ ਪੇਮੈਂਟ ਤਾਂ ਆ ਜਾਏਗੀ, ਅਗਸਤ ਸੈਪਟੈਂਬਰ ਤੇ 3 ਮਹੀਨੇ ਦੀ ਪੇਮੈਂਟ ਤਾਂ ਆ ਜਾਏਗੀ, ਲੇਕਿਨ ਉਹਦੀ ਰੀਕੈਲਕੂਲੇਸ਼ਨ ਹੋ ਕੇ ਉਹਨਾਂ ਤੋਂ ਹੋ ਸਕਦਾ ਹੈ ਵੀ ਉਹ ਕੋਈ ਕਿਸੇ ਸਿਚੁਏਸ਼ਨ 'ਚੋਂ ਡਿਮਾਂਡ ਬੈਕ ਵੀ ਹੋਵੇ। ਸੋ ਇਹ ਪ੍ਰੋਵੀਜ਼ਨ ਜ਼ਰੂਰ ਹੈ, ਜੇ ਕੋਈ ਜੈਨੂਇਨਲੀ ਜਿਨ੍ਹਾਂ ਦੇ ਡਿਲੇ ਹੋ ਰਹੀ ਹੈ, ਨਹੀਂ ਫਾਈਲ ਕਰ ਸਕ ਰਹੇ, ਉਹਨਾਂ ਲਈ ਫਿਰ ਵੀ ਗਵਰਨਮੈਂਟ ਨੇ GST HST ਤੇ ਚਾਈਲਡ ਬੈਨੀਫਿਟਸ ਨੂੰ ਰੋਕਣਾ ਨਹੀਂ ਹੈ ਜੁਲਾਈ ਤੋਂ ਸੈਪਟੈਂਬਰ ਤਾਈਂ, ਉਹ ਵੀ ਦਿੰਦੇ ਰਹਿਣਾ, ਪਰ ਉਹ 2018 ਦੇ ਬੇਸ ਈਅਰ ਤੇ। ਸੋ ਥੀਸ ਆਰ ਅ ਫਿਊ ਥਿੰਗਸ ਦੈਟ ਆਈ ਕੈਨ ਮੈਂਸ਼ਨ ਔਨ ਦੈਟ। ਜੀ ਇੰਦਰਜੀਤ ਜੀ, ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਇਸ ਵੇਲੇ ਐਵਰੀਥਿੰਗ ਇਜ਼ ਹੈਪਨਿੰਗ ਵਰਚੁਅਲੀ। ਜਿਹੜੇ ਲੋਕੀ ਟੈਕਨੋਲੋਜੀ ਦੇ ਨਾਲ ਫੈਮਿਲੀਅਰ ਨਹੀਂ ਸੀਗੇ, ਉਹ ਵੀ ਹੁਣ ਆਨਲਾਈਨ ਲਰਨਿੰਗ ਕਰ ਰਹੇ ਨੇ, ਐਂਡ ਜਿੰਨਾ ਜ਼ਿਆਦਾ ਕੰਮ ਹੋ ਸਕਦਾ ਹੈ ਵਰਚੁਅਲੀ ਆਨਲਾਈਨ ਕਰ ਰਹੇ ਨੇ, ਡਿਜੀਟਲੀ ਕਰ ਰਹੇ ਨੇ। ਤੁਹਾਡੇ ਤੋਂ ਜਾਣਨਾ ਚਾਹਾਂਗੇ, ਤੁਸੀਂ ਕਿਸ ਤਰ੍ਹਾਂ ਟੈਕਸ ਫਾਈਲਿੰਗ ਦਾ ਪ੍ਰੋਸੈਸ ਕਰ ਰਹੇ ਹੋ? ਕੀ ਤੁਹਾਡਾ ਆਫਿਸ ਓਪਨ ਹੈਗਾ ਜਾਂ ਫਿਰ ਤੁਸੀਂ ਵੀ ਵਰਚੁਅਲੀ ਮੂਵ ਹੋ ਗਏ ਹੋ? ਜੀ, ਜਿਸ ਤਰ੍ਹਾਂ ਇੰਟਰਵਿਊ ਵੀ ਵਰਚੁਅਲੀ ਹੋ ਰਹੀ ਹੈ, ਕਾਫੀ ਚੈਲੰਜਿੰਗ ਵੀ ਹੋ ਜਾਂਦਾ ਕਦੇ-ਕਦੇ, ਪਰ ਅਸੀਂ ਵਰਚੁਅਲੀ ਹੀ ਫਾਈਲ ਕਰ ਰਹੇ ਹਾਂ। ਸਾਡੇ 99.5% ਆਈ ਵੁੱਡ ਸੇ ਕਿ ਜਿਹੜੇ ਟੈਕਸ ਫਾਈਲਿੰਗ ਹੈਗੀ ਹੈ, ਈਵਨ ਕਾਰਪੋਰੇਸ਼ਨਸ ਦੀ ਤੇ ਇੰਡੀਵਿਜੂਅਲਸ ਦੀ, ਉਹ ਸਾਰੀ ਥਰੂ ਈਮੇਲਸ, ਥਰੂ ਸਕਰੀਨ ਸ਼ੇਅਰਿੰਗ, ਇਸ ਦੇ ਜ਼ਰੀਏ ਹੀ ਹੋ ਰਹੀ ਹੈ। ਕਾਫੀ ਯੂਜ਼ਰ ਫਰੈਂਡਲੀ ਟੈਕਨੋਲੋਜੀ ਹੋ ਚੁੱਕੀ ਹੈ, ਗੂਗਲ ਮੀਟ, ਸਕਾਈਪ ਸਕਰੀਨ ਸ਼ੇਅਰਿੰਗ, ਇਸ ਤੋਂ ਇਲਾਵਾ ਹੋਰ ਕਈ ਸੌਫਟਵੇਅਰਸ ਨੇ, ਤੇ ਉਸ ਦੇ ਨਾਲ ਜਿਹੜਾ ਡਿਸਕਸ਼ਨ ਹੈ ਉਹ ਓਵਰ ਦਾ ਫੋਨ, ਓਵਰ ਦਾ ਸਕਰੀਨ ਸ਼ੇਅਰਿੰਗ ਕਾਫੀ ਈਜ਼ੀ ਹੋ ਜਾਂਦਾ ਹੈ। ਇਸ ਤੋਂ ਬਾਵਜੂਦ ਕਾਫੀ ਸਾਡੇ ਪੋਪੂਲੇਸ਼ਨ ਦੇ ਜਿਹੜੇ ਸੀਨੀਅਰਸ ਨੇ, ਉਹਨਾਂ ਦੇ ਵੀ ਅਸੀਂ ਟੈਕਸ ਫਾਈਲ ਕਰਦੇ ਹਾਂ, ਉਹਨਾਂ ਲਈ ਕਾਫੀ ਚੈਲੰਜਿੰਗ ਹੋ ਜਾਂਦਾ ਹੈ। ਕੁਛ ਲਈ ਅਸੀਂ ਅਰੇਂਜਮੈਂਟਸ ਕੀਤੇ ਜਿਹਦੇ 'ਚ ਅਸੀਂ ਜਾ ਕੇ ਉਹਨਾਂ ਦੇ ਘਰਾਂ ਤੋਂ ਵੀ ਸਿਗਨੇਚਰਸ ਲੈ ਕੇ ਆਏ ਹਾਂ ਵਿਦ ਟੇਕਿੰਗ ਆਲ ਪ੍ਰੀਕਾਸ਼ਨਸ, ਤੇ ਇਸ ਤਰੀਕੇ ਨਾਲ ਇਸ ਨੂੰ ਹੈਂਡਲ ਕਰ ਰਹੇ ਹਾਂ। ਕਾਫੀ ਚੈਲੰਜਿੰਗ ਟਾਈਮਸ ਸਾਰਿਆਂ ਲਈ ਹੈਗੇ ਨੇ। I hope this is behind us as soon as it can. ਜੀ ਬਿਲਕੁਲ। ਥੈਂਕ ਯੂ ਸੋ ਮਚ ਫॉर ਜੁਆਇਨਿੰਗ ਅਸ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਨ ਲਈ। ਥੈਂਕ ਯੂ ਐਂਡ ਪਲੀਜ਼ ਸਟੇ ਸੇਫ। Thank you very much for having me. You too. Thanks.